जवाब मंगते हैं उन्होंने तुसीं मिलो, उन्होंने जवाब दो, दसो कि 327 सलूक कित्थे ने। पर इस दे बजाय उन्होंने अगों मारिया जाता है, उन्होंने धक्के मारे जाते हैं, रस्ते बंद किए जाते हैं। मैं खुद देखा सीन, वो बड़ा डरावना लग रहा सी। सिख कौम दे विच ये गल ही नहीं हैगी कि कोई तुहाडे कोलों गल आके पुछदा है तो जवाब दिओ। गुरु साहब ने किधरे नहीं कहा कि तुहाडे कोल कोई सवाल करदा है तो तुसीं सवाल दा जवाब देण दी बजाय उन्होंने धक्के मारो, उन्होंने डंगा ना कुटाओ। पर बड़ी निंदनीय सी कार्रवाई। हुण लोकां दी अखां विच तक घट्टा पाउण वास्ते यह कहता गया कि असीं माफ़ी चाहते हैं, पर अपना सारी दुनिया दे जलूस कढवाया तो हुण आपां माफ़ी मंग लई। हुण वो माफ़ी नाल जिहड़ा साडा मैसेज गया दुनिया में सारी वापस नहीं आएगा। मैं तो संगतां नूं बेनती करना चाहुंदा कि श्रोमणी कमेटी दीयां जो चोणां हुंदियां हन उदों तुसीं अवेसले हो जांदे हो, उदों तुसीं एक पार्टी खास बंदे दे नाम ते वोटां पा दिंदे हो कि अकाली दल है, तकड़ी नूं वोट पानी है। ये समा हुण आ रहा है, फिर जो चोणां होणगीਆਂ ध्यान रखना। अगर कौम ने चढ़ती कला जाना है, अगर कौम ने अपनी संसार में इज्जत बना के रखनी, होंद बचा के रखनी है, तो श्रोमणी कमेटी से कोई अच्छे गुरसिखां नूं सेवा दी जाए ਜਿਹੜੇ ਭੈ ਦੇ ਭਾਵਨੀ ਵਾਲੇ ਹੋਣ, ਜਿਨ੍ਹਾਂ ਦੇ ਅੰਦਰ ਡਰ ਹੋਵੇ ਕਿ ਅਸੀਂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਸੇਵਾ ਕਰਨ ਆਏ ਹਾਂ, ਨਾ ਕਿ ਰਾਜ ਭਾਗ ਤੇ ਕਬਜ਼ੇ ਕਰਨ ਵਾਸਤੇ ਆਏ ਹਾਂ। ਨਮਸਕਾਰ, ਤੁਸੀਂ ਦੇਖ ਰਹੇ ਹੋ ਯੂਰ ਵਰਲਡ ਨਿਊਜ਼ ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਅਸੀਂ ਜਿਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਹਾਲ ਹੀ ਦੇ ਵਿੱਚ ਉਹ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ। ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਜੋ ਗਾਇਬ ਹੋਏ ਸੀ, ਉਹਨਾਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਜਾਰੀ ਹੈ ਤੇ ਕੱਲ SGPC ਦਾ ਇੱਕ ਅਲੱਗ ਹੀ ਰਵੱਈਆ ਉਹਨਾਂ ਪ੍ਰਤੀ ਵੇਖਣ ਨੂੰ ਮਿਲਿਆ। ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਮੌਜੂਦ ਨੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਜੀ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਗਾਬਾ ਹੋਰੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ। ਸੋ ਸਭ ਤੋਂ ਪਹਿਲਾਂ ਗਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਨਪ੍ਰੀਤ ਜੀ, ਤੁਹਾਡੀ ਸਾਰੀ ਟੀਮ ਦਾ ਯੂਰ ਵਰਲਡ ਦੇ ਚੈਨਲ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਜਿਹੜਾ ਮੁੱਦਾ ਚੁੱਕਿਆ ਬਹੁਤ ਅੱਛਾ ਮੁੱਦਾ ਹੈ। ਇਸ ਵੇਲੇ ਇਹ ਮੌਜੂਦਾ ਸਮੇਂ ਵਿੱਚ ਬਹੁਤ ਇਹ ਹਾਈਲਾਈਟ ਹੋ ਰਿਹਾ। ਮਨਪ੍ਰੀਤ ਜੀ, ਅੱਜ ਦਾ ਜਿਹੜਾ ਜੋ ਕੱਲ੍ਹ ਹੋਇਆ ਨਾ, ਇਹਨੂੰ ਆਪਾਂ ਜਦੋਂ ਗੱਲ ਸ਼ੁਰੂ ਕਰਾਂਗੇ ਇਸ ਦੇ ਸਾਨੂੰ ਬੈਕ ਤੋਂ ਜਾ ਕੇ ਦੇਖਣਾ ਪਏਗਾ ਕਿ ਅੱਜ ਤੋਂ ਲਗਭਗ 21 ਸਾਲ ਪਹਿਲਾਂ ਦੀ ਘਟਨਾ ਹੈ ਜਦੋਂ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਮਨਾਈ ਗਈ ਸੀ। ਉਹ ਤੀਜੀ ਸ਼ਤਾਬਦੀ 'ਤੇ ਉਸ ਸਮੇਂ ਦੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਉਸ ਸਮੇਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਸਰਦਾਰ ਗੁਰਚਰਨ ਸਿੰਘ ਤੋਹਰਾ, ਉਹਨਾਂ ਨੂੰ ਇੱਕਦਮ ਇਸ ਸੀਟ ਤੋਂ ਲਾਂਭੇ ਕਰਕੇ ਇੱਕ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਲਿਆ ਸੀ। ਉਸੇ ਦੇ ਸਿੱਟੇ ਨੇ ਕਿ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਬਾਰ-ਬਾਰ ਸ਼੍ਰੋਮਣੀ ਕਮੇਟੀ ਵਾਦ-ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਕਿਸੇ ਨਾ ਕਿਸੇ ਮੁੱਦੇ 'ਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਿੱਖ ਜਗਤ ਕਿਤੇ ਨਾ ਕਿਤੇ ਖੜਾ ਰਹਿੰਦਾ ਔਰ ਬਹੁਤ ਸਾਰੀਆਂ ਘਟਨਾਵਾਂ ਨੇ। ਉਹਨਾਂ 'ਚੋਂ ਪ੍ਰਮੁੱਖ ਘਟਨਾ ਜਿਹੜੀ ਹੋਈ ਸੀ ਉਹ 2015 ਵਿੱਚ ਜਿਹੜਾ ਬਰਗਾੜੀ ਕਾਂਡ ਹੋਇਆ ਸੀ। ਉਸ ਕਾਂਡ ਨੇ ਅੱਜ ਤੱਕ ਸਿੱਖਾਂ ਨੂੰ ਆਪਸ ਵਿੱਚ ਨਾ ਏਕਤਾ, ਨਾ ਇਤਫਾਕ ਔਰ ਨਾ ਚੈਨ ਨਾਲ ਬਹਿਣ ਦਿੱਤਾ। ਉਹ ਜਿਹੜੀ ਘਟਨਾ ਹੋਈ ਸੀ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਵੀ ਇਹਨਾਂ ਲੋਕਾਂ ਦੀ ਸੀ ਜਿਹੜੇ ਲੋਕਾਂ ਨੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ। ਔਰ ਉਸ ਦੇ ਵਿੱਚ ਅੱਜ ਤੱਕ 2 ਕਮਿਸ਼ਨ ਬਣੇ ਨੇ, ਕਿੰਨੀਆਂ ਸਿੱਟ ਬਣ ਚੁੱਕੀਆਂ ਨੇ। ਬਹੁਤ ਸਾਰੀ ਜਾਂਚ ਪੜਤਾਲ ਤੋਂ ਬਾਅਦ ਉਹ ਮੁੱਦਾ ਉੱਥੇ ਦਾ ਉੱਥੇ ਖੜਾ ਹੈ ਕਿ ਅੱਜ ਤੱਕ ਨਾ ਦੋਸ਼ੀ ਫੜੇ ਗਏ ਨੇ, ਨਾ ਇਹ ਪਤਾ ਲੱਗਾ ਹੈ ਕਿ ਗੋਲੀ ਕਿਹਨੇ ਚਲਾਈ ਸੀ, ਕਿਹਨੇ ਚਲਾਉਣ ਦਾ ਹੁਕਮ ਦਿੱਤਾ ਸੀ। ਉਸ ਵੇਲੇ ਦਾ ਜਿਹੜਾ ਹੋਮ ਮਿਨਿਸਟਰ ਸੀ ਉਹ ਵੀ ਆਪਣੇ ਆਪ ਨੂੰ ਕਹਿੰਦਾ ਮੈਂ ਨਹੀਂ ਕੋਈ ਵੀ ਇਹਦੇ ਦੋਸ਼ੀ, ਮੈਂ ਕੋਈ ਹੁਕਮ ਨਹੀਂ ਦਿੱਤਾ। ਚੀਫ ਮਿਨਿਸਟਰ ਕਹਿੰਦਾ ਮੈਂ ਕੋਈ ਹੁਕਮ ਨਹੀਂ ਦਿੱਤਾ। ਥੱਲੇ ਵਾਲਾ DGP ਕਹਿੰਦਾ ਮੈਂ ਨਹੀਂ ਦਿੱਤਾ। ਅੱਜ ਤੱਕ ਕੋਈ ਨਹੀਂ ਕਹਿੰਦਾ ਮੰਨਦਾ ਕਿ ਮੈਂ ਗੋਲੀ ਚਲਾਉਣ ਦੇ ਆਰਡਰ ਦਿੱਤੇ ਸਨ। ਬਲਕਿ ਇੱਥੋਂ ਤੱਕ ਸਾਜ਼ਿਸ਼ ਬਣਾਤੀ ਗਈ, ਆਪਣੀ ਇੱਕ ਜਿਪਸੀ ਲੈ ਕੇ ਉੱਤੇ ਨਕਲੀ ਆਪਣੇ ਬੰਦੇ ਦੀ ਬੰਦੂਕ ਨਾਲ ਉੱਤੇ ਫਾਇਰ ਕਰਕੇ ਅਤੇ ਇਹ ਬਣਾਤਾ ਗਿਆ ਕਿ ਪਹਿਲਾਂ ਗੋਲੀ ਉੱਧਰੋਂ ਆਈ ਸੀ, ਉਹਦਾ ਜਵਾਬ ਦੇਣ ਵਾਸਤੇ ਫੋਰਸ ਵਿੱਚੋਂ ਕਿਸੇ ਨੇ ਚਲਾ ਦਿੱਤੀ। ਉਹ ਅਣਪਛਾਤੀ ਪੁਲਿਸ ਵੀ ਅੱਜ ਤੱਕ ਅਣਪਛਾਤੀ ਕਦੀ ਨਹੀਂ ਸੀ ਹੋਈ। ਇਹ ਅੱਜ ਹਿੰਦੁਸਤਾਨ ਦੇ ਕਿ ਮੈਨੂੰ ਦੁਨੀਆ 'ਚ ਕਿਧਰੇ ਨਹੀਂ ਹੋਏਗਾ ਕਿ ਜਿਹੜੀ ਵੀ ਪੁਲਿਸ ਮੌਕੇ 'ਤੇ ਹੁੰਦੀ ਹੈ, ਹਰ ਪੁਲਿਸ ਦੇ ਮੁਲਾਜ਼ਮ ਨੂੰ ਜਿਹੜਾ ਹਥਿਆਰ ਦਿੱਤਾ ਜਾਂਦਾ ਹੈ ਉਹਦੇ ਨਾਲ ਜਿੰਨੇ ਕਾਰਤੂਸ ਦਿੱਤੇ ਜਾਂਦੇ ਹਨ ਉਹਨਾਂ ਦੀ ਗਿਣਤੀ ਹੁੰਦੀ ਹੈ। ਉਹ ਕੋਈ ਬੰਦਾ ਇੱਕ ਵੀ ਕਾਰਤੂਸ ਇੱਧਰ ਉੱਧਰ ਨਹੀਂ ਕਰ ਸਕਦਾ। ਸਰਕਾਰੀ
ਕਾਰਤੂਸ ਸਨ, ਸਰਕਾਰੀ ਬੰਦੇ ਸਨ, ਸਰਕਾਰੀ ਚਲਾਉਣ ਵਾਲਾ ਅਸਲਾ ਸੀ। ਔਰ ਅੱਜ ਤੱਕ ਸਰਕਾਰ ਨੇ, ਪਹਿਲੀ ਸਰਕਾਰ ਨੇ ਮਤਲਬ ਕੋਈ ਜਾਂਚ ਪੜਤਾਲ ਨਹੀਂ ਹੋਣ ਦਿੱਤੀ। ਔਰ ਦੂਜੀ ਸਰਕਾਰ ਆਈ, ਉਹ ਇਸ ਮੁੱਦੇ 'ਤੇ ਹੀ ਬਣੀ ਸੀ, ਦੋ ਚੀਜ਼ਾਂ ਨੂੰ ਲੈ ਕੇ। ਇੱਕ ਨਸ਼ਿਆਂ ਦਾ ਮੁੱਦਾ ਸੀ ਜਿਹੜਾ ਭਖਦਾ ਪਿਆ ਸੀ, ਇੱਕ ਸੀਗਾ ਆਪਣਾ ਇਹਦਾ ਬਰਗਾੜੀ ਦਾ, ਤੀਸਰਾ ਸੀ ਕਿਸਾਨਾਂ ਦੇ ਕਰਜ਼ਿਆਂ ਦਾ। ਇਹ ਤਿੰਨੇ ਚੀਜ਼ਾਂ ਅੱਜ ਜਿਵੇਂ ਪਹਿਲਾਂ ਸਨ ਉਵੇਂ ਹੀ ਅੱਜ ਪੰਜਾਬ ਵਿੱਚ ਨਸ਼ਾ ਪਹਿਲਾਂ ਦੀ ਤਰ੍ਹਾਂ ਵਿਕ ਰਿਹਾ ਹੈ। ਪਹਿਲਾਂ ਦੀ ਤਰ੍ਹਾਂ ਬੱਚੇ ਨਸ਼ਾ ਖਾ ਕੇ ਮਰ ਰਹੇ ਹਨ। ਪਹਿਲਾਂ ਦੀ ਤਰ੍ਹਾਂ ਹੀ ਉਹ ਜਿਹੜਾ ਮਸਲਾ ਸੀ ਬਰਗਾੜੀ ਦਾ, ਉੱਥੇ ਦਾ ਉੱਥੇ ਖੜਾ ਹੈ। ਉਹਦੇ ਸਿੱਟ ਬਣੀ ਹੈ, ਕਦੀ ਕੁਛ ਹੋ ਜਾਂਦਾ ਹੈ, ਕਦੀ ਕੁਛ ਹੁੰਦਾ। ਕਦੀ ਕਹਿੰਦੇ ਜੀ ਅਸੀਂ 4 ਪ੍ਰੇਮੀ ਫੜ ਲਏ ਨੇ, ਉਹਨਾਂ ਨੂੰ ਅਸੀਂ ਜੇਲ੍ਹ 'ਚ ਭੇਜ ਦਿੱਤਾ ਹੈ, ਉਹਨਾਂ ਦਾ ਰਿਮਾਂਡ ਲੈ ਲਿਆ, ਉਹਨਾਂ ਦੀ ਜ਼ਮਾਨਤ ਹੋ ਜਾਂਦੀ ਸਰਕਾਰ ਦੀ ਨਲਾਇਕੀ ਕਾਰਨ। ਸਰਕਾਰ ਦੇ ਐਡਵੋਕੇਟ ਜਨਰਲ ਆਪਣਾ ਕੇਸ ਹੀ ਪੇਸ਼ ਨਹੀਂ ਕਰ ਸਕੇ ਔਰ ਉਹ ਜ਼ਮਾਨਤ ਹੋ ਗਈ। ਔਰ ਇਸੇ ਤਰ੍ਹਾਂ ਹੀ ਇੱਕ ਸਰੂਪ ਵਾਸਤੇ ਦੀ ਬੇਅਦਬੀ ਹੋਣ ਵਾਸਤੇ ਤੇ ਸਰਕਾਰ ਤੇ ਸਾਰਾ ਕੁਛ ਦਾਅ 'ਤੇ ਲਾਤਾ ਸ਼੍ਰੋਮਣੀ ਕਮੇਟੀ ਇੱਕ ਪਰਿਵਾਰ ਨੇ। ਔਰ ਉਹਨਾਂ ਸ਼੍ਰੋਮਣੀ ਕਮੇਟੀ ਦੀ ਵੀ ਤੇ ਸਰਕਾਰ ਦੀ ਵੀ ਤੇ ਅਕਾਲੀ ਦਲ ਦੀ, ਜਿਹੜੀ 100 ਸਾਲ ਪੁਰਾਣੀ ਅਕਾਲੀ ਦਲ ਸੀ, ਉਹਦੀ ਜੋ ਅੱਜ ਹਾਲਤ ਹੈ ਉਹ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ, ਸਭ ਨੂੰ ਪਤਾ ਹੈ। ਹੁਣ ਪਿਛਲੇ ਦਿਨੀ ਇੱਕ ਘਟਨਾ ਹੋਈ ਪਟਿਆਲੇ ਦੇ ਇੱਕ ਪਿੰਡ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦਾ ਪੁਰਾਤਨ ਸਰੂਪ ਜਿਹੜਾ ਸੀ ਨਾ, ਉਹ ਚੋਰੀ ਹੋਇਆ ਹੈ। ਰੱਬ ਜਾਣੇ ਕੀ ਹੋਇਆ, ਹਜੇ ਤੱਕ ਕੁਝ ਪਤਾ ਨਹੀਂ। ਮੌਜੂਦਾ ਸਰਕਾਰ ਦੇ ਖਿਲਾਫ ਉਸ ਸਮੇਂ ਦੇ ਲੋਕ ਜਿਨ੍ਹਾਂ ਦੇ ਆਪਣੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਇੱਕ ਇੱਕ ਕਰਕੇ ਪੰਨਾ ਪੰਨਾ ਕਰਕੇ ਉਹਨਾਂ ਨੇ ਸੜਕਾਂ 'ਤੇ, ਗਲੀਆਂ 'ਚ, ਨਾਲੀਆਂ 'ਚ ਰੋਲਿਆ, ਉਹੀ ਲੋਕ ਉੱਠ ਕੇ ਅੱਜ ਇੱਕ ਪੁਰਾਤਨ ਸਰੂਪ ਨਹੀਂ ਗਵਾਚਿਆ ਹੈ ਕਿ ਕੀ ਹੋਇਆ ਹੈ, ਉਹਦੇ ਸੰਬੰਧ ਵਿੱਚ ਸਾਰੇ ਪੰਜਾਬ 'ਚ ਉਹਨਾਂ ਨੇ ਮਤਲਬ ਡਿਸਟ੍ਰਿਕਟ ਲੈਵਲ 'ਤੇ ਧਰਨੇ ਮਾਰੇ ਸਰਕਾਰ ਦੇ ਖਿਲਾਫ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੈ ਜੀ, ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ। ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਈ, ਜਿਹੜੇ ਲੋਕ ਆਪ ਦੋਸ਼ੀ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਰਾਜ ਭਾਗ ਦੇ ਬੇਅਦਬੀ ਕਰਾਈ ਹੋਵੇ, ਉਹਨਾਂ ਨੂੰ ਕੀ ਹੱਕ ਹੈ ਕਿ ਉਹ ਕਿਸੇ ਜਗ੍ਹਾ 'ਤੇ ਇਸ ਤਰ੍ਹਾਂ ਦੀ ਘਟਨਾ ਤੇ ਫਿਰ ਉਹ ਆਪ ਖੜੇ ਹੋ ਜਾਣ। ਉਹ ਆਪਣਾ ਪਹਿਲਾਂ ਜਵਾਬ ਦੇਣ ਕਿ ਉਹਨਾਂ ਦੇ ਰਾਜ ਭਾਗ ਦੇ ਸਮੇਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਉਹ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਕਰਾਈ ਹੈ, ਤੁਸੀਂ ਉੱਥੇ ਉਹਨਾਂ ਨੂੰ ਫੜਿਆ, ਉਹਨਾਂ ਦੋਸ਼ੀਆਂ ਨੂੰ ਕੋਈ ਸਜ਼ਾ ਦਵਾਈ ਹੈ? ਕੋਈ ਮਤਲਬ ਨਹੀਂ। ਉਹ ਹੁਣ ਸਿਆਸਤ ਲੜ ਰਹੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ 1.5 ਸਾਲ ਰਹਿ ਗਿਆ, 1.25 ਸਾਲ ਇਲੈਕਸ਼ਨ ਹੋਣੇ ਨੇ। ਉਹ ਸਿਰਫ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਖਾਤਰ ਇੱਕ ਗੁਰੂ ਗ੍ਰੰਥ ਸਾਹਿਬ ਦੇ ਥਾਂ ਥਾਂ 'ਤੇ ਉਹਨਾਂ ਮੁਜ਼ਾਹਰੇ ਕੀਤੇ, ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਔਰ ਮੈਮੋਰੰਡਮ ਦਿੱਤੇ ਕਿ ਇਹ ਸਰਕਾਰ ਨਕੰਮੀ ਹੈ, ਇਹ ਹੈ, ਉਹ ਹੈ, ਬਹੁਤ ਕੁਛ ਨਾ ਬੋਲਿਆ। ਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਿ ਜੇਕਰ ਵੋਟਾਂ ਲੈਣੀਆਂ ਹੀ ਨੇ, ਚਾਹੇ ਇਲੈਕਸ਼ਨਸ ਦਾ ਹੀ ਏਜੰਡਾ ਹੋਵੇ, ਪਰ ਧਾਰਮਿਕ ਚੀਜ਼ਾਂ ਨੂੰ ਵਿੱਚ ਲਿਆਉਣ ਦਾ ਕੋਈ ਤੁਕ ਨਹੀਂ ਬਣਦਾ? ਧਰਮ ਦੀ ਦੁਰਵਰਤੋਂ ਹੋ ਰਹੀ ਹੈ ਔਰ ਲਗਾਤਾਰ ਹੋ ਰਹੀ ਹੈ। ਸਾਡੇ ਜੋ ਅੱਜ ਨਾ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਚੜਾਇਆ ਹੈ ਨਵਾਂ 113 ਫੁੱਟ ਨਿਸ਼ਾਨ ਸਾਹਿਬ। ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ 2 ਨਿਸ਼ਾਨ ਨੇ, ਇੱਕ ਧਰਮ ਦਾ, ਇੱਕ ਰਾਜਨੀਤੀ ਦਾ। ਰਾਜਨੀਤੀ ਹਮੇਸ਼ਾ ਨੀਵੀਂ ਹੁੰਦੀ ਸੀ, ਗੁਰੂ ਸਾਹਿਬ ਨੇ ਧਰਮ ਨੂੰ ਉੱਚਾ ਰੱਖਿਆ ਸੀ। ਪਰ ਪਿਛਲੇ ਮੌਜੂਦਾ 20-25 ਸਾਲਾਂ ਤੋਂ ਜਿਹੜਾ ਰਾਜਨੀਤਿਕ ਲੋਕ ਨੇ ਉੱਤੇ ਬੈਠ ਗਏ ਨੇ, ਧਰਮੀ ਲੋਕ ਥੱਲੇ ਨੇ। ਔਰ ਪਿਛਲੇ ਦਿਨੀ ਰਾਮ ਰਹੀਮ ਨੂੰ ਜਿਵੇਂ ਮਾਫ ਕੀਤਾ ਗਿਆ, ਉਹ ਇੱਕ ਮੁੱਦਾ ਬੜਾ ਭਖਿਆ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਰਾਮ ਰਹੀਮ ਦੇ ਬੰਦੇ ਹੀ, ਖੁਦ ਰਾਮ ਰਹੀਮ ਹੀ ਦੋਸ਼ੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦਾ। ਕਿਉਂਕਿ ਗੁਰੂ ਜਦੋਂ ਉਹਨੂੰ ਗੁਰੂ ਮੰਨਦੇ ਨੇ, ਉਸ ਬੰਦੇ ਨੂੰ, ਉਹਦੇ ਜਿਹੜੇ ਪੈਰੋਕਾਰ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਗੁਰੂ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ, ਅਸੀਂ ਤੁਹਾਡੇ ਗੁਰੂ ਦੀ ਬੇਅਦਬੀ ਕਰਨੀ ਹੈ। ਉਹਨਾਂ ਨੇ ਗੁਰੂ ਸਾਹਿਬ ਦਾ ਜੋ ਸਰੂਪ ਚੋਰੀ ਕੀਤਾ, ਬਕਾਇਦਾ ਉਹਨਾਂ ਇਸ਼ਤਿਹਾਰ ਲਾਏ ਕੰਧਾਂ 'ਤੇ ਕਿ ਤੁਹਾਡਾ ਗੁਰੂ ਹੀ ਚੋਰੀ ਕਰ ਲਿਆ ਤਾਂ ਤੁਸੀਂ ਜੋ ਕਰਨਾ ਕਰ ਲਓ। ਫਿਰ ਉਹਨਾਂ ਕਿਹਾ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਅੰਗ ਅੰਗ ਕਰਕੇ ਬੇਅਦਬੀ ਕਰਨੀ ਹੈ, ਉਹਨੇ ਬੇਅਦਬੀ ਕੀਤੀ। ਔਰ ਸਰਕਾਰ ਵੋਟਾਂ ਦੀ ਖਾਤਰ, ਕਿਉਂਕਿ ਉਹਨਾਂ ਦੇ ਬਹੁਤ ਪੈਰੋਕਾਰ ਸਨ, ਲੱਗਦਾ ਸੀ ਕਿ ਸਾਰੀਆਂ ਵੋਟਾਂ ਸਾਨੂੰ ਪੈਣਗੀਆਂ, ਵੋਟਾਂ ਦੀ ਖਾਤਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ, ਦੋਸ਼ੀਆਂ ਨੂੰ ਨਹੀਂ ਫੜਿਆ। ਪਰ ਉਹੀ ਬੰਦੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ 'ਤੇ ਜਾਂ ਕੁਛ ਇੱਧਰ ਉੱਧਰ ਹੋ ਗਿਆ, ਇੰਨਾ ਉਹਨਾਂ ਨੇ ਪੰਜਾਬ ਦੇ ਵਿੱਚ ਵਵੇਲਾ ਉਠਾਇਆ, ਉਹ ਸਿਰਫ ਰਾਜਨੀਤਿਕ ਗੋਟੀਆਂ ਸਿੱਕਣ ਵਾਸਤੇ। ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡੋ, 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੁਣ ਲਾਪਤਾ ਨੇ, ਗਾਇਬ ਨੇ, ਗੁੰਮ ਹੋ ਗਏ ਨੇ, ਚੋਰੀ ਹੋ ਗਏ ਨੇ, ਪਤਾ ਨਹੀਂ ਕੀ ਹੋਇਆ, ਉਹਦਾ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਜਿਹੜੇ ਉਸ ਮੌਜੂਦਾ ਨੇ ਜਾਂ ਜਿਹੜੇ ਹੁਣ ਛੱਡ ਗਏ ਨੇ, ਰਿਟਾਇਰ ਹੋ ਗਏ ਨੇ, ਨਾ ਪ੍ਰਧਾਨ, ਨਾ ਸੈਕਟਰੀ, ਨਾ ਐਗਜ਼ੈਕਟਿਵ, ਕੋਈ ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਹ ਕਿੰਨੇ ਕੀ ਉਹਨਾਂ ਵਿੱਚੋਂ ਕੀ ਹੋਇਆ ਕਿ ਪੜਤਾਲ ਕੀਤੀ ਇਹਨਾਂ ਨੇ, ਇੱਕ ਕਮਿਸ਼ਨ ਬਣਾਇਆ। ਉਹ ਜਿਹੜੇ ਕਮਿਸ਼ਨ ਦਾ ਜੱਜ ਸੀ, ਲੇਡੀ ਸੀ, ਉਹ ਜਦੋਂ ਦੇਖਿਆ ਵੀ ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੇ ਨੇ, ਜਾਂਚ ਨਹੀਂ ਕਰਾ ਰਹੇ, ਉਹ ਵਿੱਚ ਛੱਡ ਕੇ ਚਲੀ ਗਈ। ਜਿਹੜਾ ਇੱਕ ਈਸ਼ਰ ਸਿੰਘ ਨਾਂ ਦਾ ਵਕੀਲ ਹੈਗਾ ਸੀ,
ਉਸਨੇ ਜਾਂਚ ਪੜਤਾਲ ਜਿੱਦਾਂ ਦੀ ਵੀ ਕੀਤੀ ਤੇ ਉਹ 267 ਸਰੂਪਾਂ ਦੀ ਗੱਲ ਹੋਈ ਸੀ, ਹੌਲੀ ਹੌਲੀ 328 ਸਰੂਪ ਹੋ ਗਏ। ਬਿਲਕੁਲ ਸ਼੍ਰੋਮਣੀ ਕਮੇਟੀ ਨੇ ਆਪਣੀ ਐਗਜ਼ੈਕਟਿਵ ਵਿੱਚ ਮਤਾ ਪਾਸ ਕੀਤਾ ਜੀ ਕਿ ਅਸੀਂ ਉਹਨਾਂ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਦੋਸ਼ ਬਣਦਾ ਹੈ, ਉਹਦੇ 'ਚ ਰੂਪ ਸਿੰਘ ਦਾ ਨਾਮ ਵੀ ਆਇਆ, ਚੀਫ ਸੈਕਟਰੀ ਹਰਚਰਨ ਸਿੰਘ ਜਿਹੜੇ ਪਹਿਲਾਂ ਰਿਜ਼ਾਈਨ ਕਰ ਗਏ ਸੀ ਉਹਨਾਂ ਦਾ ਨਾਮ ਵੀ ਆਇਆ, ਤੇ ਕੁਝ ਹੋਰ ਲੋਕਾਂ ਦੇ ਨਾਂ ਆਏ। ਇਹਨਾਂ ਦੇ ਖਿਲਾਫ ਅਸੀਂ ਕ੍ਰਿਮੀਨਲ ਕੇਸ ਕਿਉਂਕਿ ਕ੍ਰਾਈਮ ਸਾਰਾ ਇਹਨਾਂ ਦੇ ਦੋਸ਼ੀ ਨੇ, ਇਹਨਾਂ ਦੇ ਖਿਲਾਫ ਅਸੀਂ ਪਰਚੇ ਕਰਾਵਾਂਗੇ। ਪਰ ਬਾਅਦ ਵਿੱਚ ਉਹ ਜਿਹੜੇ ਬੰਦੇ ਹਰਚਰਨ ਸਿੰਘ ਜੀ ਸੈਕਟਰੀ ਸਨ, ਉਹ ਇੱਕ ਨੇਕ ਇਨਸਾਨ ਸਨ। ਉਹ ਕਿਸੇ ਅਖਬਾਰ ਦੇ ਵਿੱਚ 7,75,000 ਰੁਪਈਆ ਮਹੀਨਾ ਉਹ ਤਨਖਾਹ ਲੈਂਦੇ ਸਨ। ਔਰ ਇਸ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਸੰਭਾਲਣ ਵਾਸਤੇ ਲਿਆਂਦਾ। ਉਹਨਾਂ ਨੇ ਆਪਣੀਆਂ ਕਿਤਾਬਾਂ ਲਿਖੀਆਂ ਨੇ ਔਰ ਬਕਾਇਦਾ ਉਹ ਅਖਬਾਰਾਂ 'ਚ ਵੀ ਛਪਿਆ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਲਿਆਂਦਾ ਤਾਂ ਗਿਆ ਸੀ, ਮੈਂ ਆਇਆ ਸੀ ਸੇਵਾ ਕਰਨ ਵਾਸਤੇ। ਪਰ ਇੱਥੇ ਇੰਨੀ ਦਖਲਅੰਦਾਜ਼ੀ ਹੈ ਇੱਕ ਪਰਿਵਾਰ ਦੀ। ਉਹਨਾਂ ਨੇ ਇੱਕ ਵਾਕਿਆ ਦੱਸਿਆ, ਇੱਕ ਸਿੱਖ ਨੌਜਵਾਨ ਮੇਰੇ ਕੋਲ ਆਇਆ ਵੀ ਮੈਂ ਇਸ ਤਰ੍ਹਾਂ ਗਰੀਬ ਪਰਿਵਾਰ ਦਾ ਬੱਚਾ ਹਾਂ ਅਤੇ ਮੈਂ ਪੜ੍ਹਿਆ ਲਿਖਿਆ ਵੀ ਹਾਂ, ਅੰਮ੍ਰਿਤਧਾਰੀ ਗੁਰਸਿੱਖ ਹਾਂ ਅਤੇ ਮੈਨੂੰ ਨੌਕਰੀ ਚਾਹੀਦੀ ਹੈ। ਉਹ ਕਹਿੰਦੇ ਮੈਂ ਉਹਨੂੰ ਨੌਕਰੀ 'ਤੇ ਰੱਖ ਲਿਆ ਸ਼੍ਰੋਮਣੀ ਕਮੇਟੀ ਵਿੱਚ। ਰੱਖਣ ਤੋਂ ਬਾਅਦ ਮੈਨੂੰ 2-4 ਦਿਨ ਬਾਅਦ ਫੋਨ ਆ ਰਿਹਾ ਵੀ ਤੁਸੀਂ ਇਹ ਬੰਦਾ ਰੱਖਿਆ ਜੀ? ਕਹਿੰਦੇ ਹਾਂ ਜੀ ਇੱਕ ਬੰਦਾ ਰੱਖਿਆ। ਇਹ ਜੀ ਇਹ ਕਿਉਂ ਰੱਖਿਆ ਜੀ? ਇਹਨੂੰ ਹਟਾ ਦਿੱਤਾ ਜਾਵੇ ਜੀ। ਮੈਂ ਕਿਹਾ ਜੀ ਕਿਉਂ? ਗੁਰਸਿੱਖ ਹੈ, ਅੰਮ੍ਰਿਤਧਾਰੀ ਹੈ, ਪੜ੍ਹਿਆ ਲਿਖਿਆ ਹੈ, ਗਰੀਬ ਬੱਚਾ, ਲੋੜਵੰਦ ਹੈ। ਜੇ ਸ਼੍ਰੋਮਣੀ ਕਮੇਟੀ ਇਹੋ ਜਿਹੇ ਨੌਜਵਾਨਾਂ ਨੂੰ ਨਹੀਂ ਸੇਵਾ ਦੇਵੇਗੀ ਤਾਂ ਕੌਣ ਦੇਗਾ ਉਹਨੂੰ? ਉਹ ਕਹਿੰਦੇ ਨੇ ਨਹੀਂ, ਆਹ ਜਿਹੜੀਆਂ ਵਿਧਾਨ ਸਭਾ ਚੋਣਾਂ ਗਈਆਂ ਨਾ, ਇਹਦੇ ਵਿੱਚ ਇਹ ਸਾਡੀ ਪਾਰਟੀ ਦੇ ਖਿਲਾਫ ਚੱਲਿਆ ਸੀ, ਇਸ ਕਰਕੇ ਇਹਨੂੰ ਹਟਾ ਦਿੱਤਾ ਜਾਵੇ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਇਹ ਸਾਡੀ ਸੰਸਥਾ ਹੈ ਜਿਹਦੇ ਮੈਨੂੰ ਚੀਫ ਸੈਕਟਰੀ ਲਾਇਆ ਗਿਆ। ਬਹੁਤ ਸਾਰੀਆਂ ਘਟਨਾਵਾਂ ਉਹਨਾਂ ਨੇ ਆਪਣੀ ਕਿਤਾਬਾਂ 'ਚ ਲਿਖੀਆਂ, ਕਿੱਦਾਂ ਉੱਤੇ ਕਰਪਸ਼ਨ ਹੋ ਰਹੀ ਹੈ, ਕਿੱਦਾਂ ਇੱਕ ਪਰਿਵਾਰ ਦੀ ਦਖਲਅੰਦਾਜ਼ੀ ਹੈ। ਉਹ ਪਰਿਵਾਰ ਦਿਨ ਨੂੰ ਰਾਤ ਕਹਿੰਦਾ, ਰਾਤ ਹੋ ਜਾਂਦੀ ਹੈ, ਉਹ ਰਾਤ ਨੂੰ ਦਿਨ ਕਹਿੰਦਾ, ਦਿਨ ਹੋ ਜਾਂਦਾ। ਸੋ ਇਸ ਕਰਕੇ ਉਹਨਾਂ ਨੇ ਇਹ ਨੌਕਰੀ ਛੱਡਤੀ। ਪਰ ਉਹਨਾਂ ਨੇ ਜਿੰਨੇ ਦਿਨ ਰਹਿ ਉਹ ਸਾਰੇ ਨੋਟ ਕਰਦੇ ਰਹੇ। ਉਹਨਾਂ ਕਿਤਾਬਾਂ ਲਿਖੀਆਂ ਜਿਹਨਾਂ ਇਤਿਹਾਸ ਬਣ ਗਿਆ ਸਾਡੇ ਵਾਸਤੇ ਕਿ ਸ਼੍ਰੋਮਣੀ ਕਮੇਟੀ ਕੀ ਕਰਦੇ ਨੇ ਪੈਰੋਂ। ਸੋ ਉਹਨਾਂ 'ਤੇ ਜਦੋਂ ਇਹਨਾਂ ਨੇ ਕੀਤਾ ਨਾ ਵੀ ਉਹਨਾਂ ਦੇ ਖਿਲਾਫ ਅਸੀਂ FIR ਕਰਾਵਾਂਗੇ, ਉਹ ਵਿਚਾਰੇ ਆਪਣੇ ਮਨ ਦੇ ਵਿੱਚ ਉਹਨਾਂ ਸਰਦਾਰ ਤਰਲੋਚਨ ਸਿੰਘ ਸਾਬਕਾ ਸੰਸਦ ਮੈਂਬਰ ਨਾਲ ਗੱਲਾਂ ਕੀਤੀਆਂ ਇੱਕ ਦਿਨ ਪਹਿਲਾਂ ਕਿ ਮੈਂ ਬੜਾ ਇਸ ਵੇਲੇ ਮੇਰੇ ਅੰਤਰਾਤਮੇ ਮੇਰੇ 'ਤੇ ਬੋਝ ਹੈ ਕਿ ਮੈਂ ਸੇਵਾ ਵਾਸਤੇ ਆਇਆ ਸੀ। ਮੈਂ ਸਾਰੀ ਜ਼ਿੰਦਗੀ ਜਿਨ੍ਹਾਂ ਸੰਸਥਾਵਾਂ 'ਚ ਕੰਮ ਕੀਤਾ, ਮੇਰੇ 'ਤੇ ਸਗੋਂ ਦੋਸ਼ ਲਵਾਇਆ ਗਿਆ ਵੀ RSS ਦਾ ਬੰਦਾ ਹੈ। ਮੈਂ ਸਕੂਲ ਲੈਵਲ ਤੋਂ ਮਤਲਬ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਝੰਡਾ ਚੱਕ ਕੇ ਚੱਲਦਾ ਰਿਹਾ। ਮੈਂ ਸਾਰੀ ਉਮਰ ਸਿੱਖੀ ਦੀ ਸੇਵਾ ਕੀਤੀ। ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਬਹੁਤ ਵੱਡੇ ਅਫਸਰ ਦੇ ਅਹੁਦੇ 'ਤੇ ਰਿਹਾ। ਉੱਥੋਂ ਛੱਡ ਕੇ ਮੈਂ ਪੱਤਰਕਾਰੀ ਕੀਤੀ। ਫਿਰ ਮੈਂ ਉਹਨਾਂ ਨੇ ਬਹੁਤ ਲੰਮਾ ਚੌੜਾ 84 ਦਾ ਜੋ ਇਤਿਹਾਸ ਸੀ ਸਾਡੇ 'ਤੇ ਬਲੂ ਸਟਾਰ ਹੋਇਆ, ਉਹ ਲਿਖਿਆ ਅਖਬਾਰਾਂ ਵਿੱਚ ਆਇਆ। ਉਹਨਾਂ ਨੇ ਕਿਹਾ ਵੀ ਮੇਰੇ ਮਨ 'ਤੇ ਬੜਾ ਇਸ ਚੀਜ਼ ਦਾ ਭਾਰ ਹੈ ਕਿ ਮੈਨੂੰ ਸੇਵਾ ਵਾਸਤੇ ਬੁਲਾਇਆ ਗਿਆ ਸੀ। ਅੱਜ ਉਹ ਚੀਜ਼ ਜਾਂ ਮੈਨੂੰ ਕੋਈ ਪਤਾ ਹੀ ਨਹੀਂ ਹੈ ਅਤੇ ਮੇਰੇ 'ਤੇ ਸਾਰਾ ਦੋਸ਼ ਲਾ ਕੇ ਮੈਂ ਹੁਣ ਆਪਣੀ ਜਾਂਦੀ ਮੇਰੀ ਉਮਰ ਦੇ ਵਿੱਚ ਇਸ ਸੰਸਾਰ ਤੋਂ ਜਾਵਾਂਗਾ ਅਤੇ ਲੋਕ ਮੈਨੂੰ ਕੀ ਕਹਿਣਗੇ ਕਿ ਇਹ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਚੋਰੀ ਕਰਨ ਵਿੱਚ ਜਾਂ ਇਹਦੀ ਗੁੰਮਸ਼ੁਦਗੀ ਵਿੱਚ ਮੇਰਾ ਨਾਂ ਲੱਗੇਗਾ ਅਤੇ ਮੈਂ ਗੁਰੂ ਨੂੰ ਕੀ ਜਾ ਕੇ ਮੂੰਹ ਦਿਖਾਵਾਂਗਾ। ਉਸ ਨੂੰ ਇੰਨਾ ਇਸ ਚੀਜ਼ ਦਾ ਪ੍ਰੈਸ ਸੀ, ਦਿਮਾਗ 'ਤੇ ਬੋਝ ਸੀ, ਉਹ ਵਿਚਾਰਾ ਇਹ ਬੋਝ ਦੇ ਕਾਰਨ ਹੀ ਸੰਸਾਰ ਤੋਂ ਚਲਾ ਗਿਆ। ਸੋ ਉਸ ਤੋਂ ਬਾਅਦ ਇਹਨਾਂ ਕੀ ਕੀਤਾ ਕਿ ਜਿਸ ਦਿਨ ਉਸ ਦਾ ਭੋਗ ਸੀ ਜਾਂ ਸੰਸਕਾਰ ਸੀ, ਉਸ ਦਿਨ ਹੀ ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ ਇਹਨਾਂ ਨੇ। ਉਹਦੇ 'ਚ ਫਿਰ ਇਹਨਾਂ ਨੇ ਉਹ ਸਾਰਿਆਂ ਦੋਸ਼ਾਂ ਤੋਂ ਉਹਨਾਂ ਨੂੰ ਵਾਪਸ ਲੈ ਲਿਆ ਔਰ ਕਿਸੇ 'ਤੇ ਵੀ ਇਹਨਾਂ ਨੇ ਕਿਹਾ ਜੀ ਸਾਡੀ ਸ਼੍ਰੋਮਣੀ ਕਮੇਟੀ ਖੁਦ ਹੀ ਇਹਦਾ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਸਜ਼ਾ ਦੇਗੀ, ਕੋਈ ਅਸੀਂ ਪੁਲਿਸ ਕੋਲ ਨਹੀਂ ਜਾਵਾਂਗੇ। ਪਰ ਮੈਨੂੰ ਨਹੀਂ ਸਮਝ ਆਈ ਕਿ ਸ਼੍ਰੋਮਣੀ ਕਮੇਟੀ ਵਿੱਚ ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੱਕ ਵੀ ਸ਼੍ਰੋਮਣੀ ਕਮੇਟੀ ਨੇ ਕਦੀ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਕੋਈ ਸਜ਼ਾ ਦਿੱਤੀ ਹੋਵੇ ਵੀ ਕਿਸੇ ਨੇ ਕੋਈ ਗਮਨ ਕੀਤਾ। ਬਾਰ ਇਸ ਸੰਸਥਾ ਉੱਤੇ ਕਦੀ ਸਰਪਾਓ ਵਿੱਚ, ਕਦੀ ਕੜਾਹ ਪ੍ਰਸ਼ਾਦ ਦੇ ਵਿੱਚ, ਕਦੀ ਸਬਜ਼ੀਆਂ ਦੇ ਘੁਟਾਲੇ ਨਿਕਲਦੇ ਰਹਿੰਦੇ ਹਨ, ਲੰਗਰ ਦੀਆਂ ਰਸਤਾਂ 'ਤੇ ਘੁਟਾਲੇ ਹੁੰਦੇ ਹਨ। ਕਦੀ ਇਹਨਾਂ ਨੇ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ, ਕੋਈ ਇਨਕੁਆਇਰੀ ਨਹੀਂ। ਜੇ ਕੋਈ ਇਨਕੁਆਇਰੀ ਕਰਾਉਂਦੇ ਆ ਅੱਜ ਤੱਕ ਸੰਗਤ ਨੂੰ ਕਦੀ ਦੱਸਿਆ ਨਹੀਂ ਗਿਆ। ਹੁਣ ਜਿਹੜਾ ਕੱਲ੍ਹ ਵਾਕਿਆ ਹੋਇਆ ਇਹ ਬਹੁਤ ਦੁਖਦਾਈ ਹੈ ਕਿਉਂਕਿ ਕੌਮ ਉਹਨਾਂ ਕੋਲੋਂ 328 ਸਰੂਪਾਂ ਦਾ ਪੁੱਛ ਰਹੀ ਹੈ ਕਿ ਤੁਸੀਂ ਇੱਕ ਸਰੂਪ ਵਾਸਤੇ ਥਾਂ ਧਰਨੇ ਮਾਰਦੇ ਸੀ, ਤੁਸੀਂ 328 ਸਰੂਪ। ਕਿਉਂਕਿ ਜੇ ਇਕੱਲਾ ਅਕਾਲੀ ਦਲ ਧਰਨੇ ਮਾਰਦਾ ਤੇ ਸ਼ਾਇਦ ਲੋਕੀ ਗੱਲ ਹੋਰ ਸਮਝਦੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਰ ਅਹੁਦੇਦਾਰ ਸਾਰੇ ਇਹਨਾਂ ਧਰਨਿਆਂ ਵਿੱਚ
ਇੱਕ ਸਰੂਪ ਦੇ ਗਾਇਬ ਹੋਣ 'ਤੇ ਆਪ ਸ਼ਾਮਲ ਹੁੰਦੇ ਰਹੇ ਔਰ ਸਰਕਾਰ ਨੂੰ ਕੋਸਦੇ ਰਹੇ। ਹੁਣ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਾਰਾ ਸਿੱਖ ਜਗਤ ਤੜਫ ਰਿਹਾ ਹੈ। ਇੱਕ ਸਰੂਪ ਦੀ ਤੁਸੀਂ ਬੇਅਦਬੀ ਕਰਾਈ ਸੀ, ਪੰਜਾਬ ਦਾ ਕੀ ਹਾਲ ਕੀਤਾ। ਫਿਰ ਤੁਸੀਂ ਇੱਕ ਸਰੂਪ ਵਾਸਤੇ ਪੰਜਾਬ ਦੇ ਧਰਨੇ ਲਾ ਕੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਵਿਘਨ ਪਾਈ। ਹਰ ਰੋਜ਼ ਤੁਸੀਂ ਇਹ ਪ੍ਰੋਟੈਸਟ ਕਰਦੇ ਰਹੇ, ਪਰ ਹੁਣ 328 ਸਰੂਪਾਂ ਦਾ ਸੰਗਤ ਤੁਹਾਡੇ ਕੋਲ ਜਵਾਬ ਮੰਗਦੀ ਹੈ। ਉਹ ਜਦੋਂ ਜਵਾਬ ਮੰਗਦੇ ਨੇ, ਜਵਾਬ ਨਹੀਂ ਦੇ ਸਕਦੇ, ਜਵਾਬ ਵਿੱਚ ਡਾਂਗਾਂ, ਤਲਵਾਰਾਂ, ਸੋਟੇ ਚਲਾਏ ਜਾਂਦੇ ਹਨ। ਬਿਲਕੁਲ, ਕੱਲ ਵੀ ਇਹੋ ਜਿਹੀ ਵਾਕਿਆ ਸਾਹਮਣੇ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਸਤੇ ਬੰਦ ਕਰ ਦਿੱਤੇ ਗਏ ਗੁਰਦੁਆਰਾ ਸਾਹਿਬ ਦੇ, ਤੇ ਮੋਰਚੇ ਤੇ ਬੈਠੀ ਸੰਗਤ, ਸਿੱਖ ਜਥੇਬੰਦੀ ਜਿਹੜੀ ਵੀ ਸੀ, ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ, ਕੁੱਟਮਾਰ ਕੀਤੀ ਗਈ ਉਹਨਾਂ ਦੇ ਨਾਲ, ਤੇ ਮੀਡੀਆ ਕਰਮੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ। ਕਿੰਨਾ ਕੁ ਵਾਜਿਬ ਸਮਝਦੇ ਹੋ, ਕਿੰਨਾ ਕੁ ਰੈਲੀਵੈਂਸੀ ਇਸ ਚੀਜ਼ ਦੇ ਵਿੱਚ? ਇਹਨਾਂ ਨੂੰ ਮਤਲਬ ਤੁਹਾਨੂੰ ਕੀ ਲੱਗਦਾ ਕਿ ਕਿਹਨਾਂ ਨੇ ਹੱਕ ਦਿੱਤਾ ਕਿ ਜੇਕਰ ਕੋਈ ਬੰਦਾ ਆਪਣੀ ਆਵਾਜ਼ ਚੁੱਕਦਾ ਹੈ ਤੇ ਇਹ ਉਹਨੂੰ ਕੁੱਟਮਾਰ ਕਰ ਸਕਣ ਸ਼ਰੇਆਮ ਉਹਦੇ ਨਾਲ? ਨਹੀਂ, ਜੇ ਅਗਰ ਇਹੀ ਗੱਲ ਕੁਝ ਦਿਨ ਪਹਿਲਾਂ ਜਦੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਲੋਕ ਧਰਨੇ ਮਾਰਦੇ ਸਨ, ਅਗਰ ਸਰਕਾਰ ਉਹਦੇ ਕੰਮ ਕਰਦੀ, ਫਿਰ ਇਹਨਾਂ ਕਹਿਣਾ ਸੀ ਕਿ ਦੇਖੋ ਜੀ ਸਾਡੇ ਤੇ ਹਮਲਾ ਕੀਤਾ ਸਰਕਾਰ ਨੇ, ਇਹ ਸਰਕਾਰ ਨੇ ਇਹ ਕੀਤਾ। ਹੁਣ ਖੁਦ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਇਹ ਸਭ ਤੋਂ ਸਾਡੀ ਉੱਤਮ ਸੰਸਥਾ ਹੈ। ਇਹਦੇ ਵਾਸਤੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ। ਇਹਦਾ ਇਤਿਹਾਸ ਹੈ, ਇਹਦੇ 'ਚ ਜਿਹੜੇ ਉਹ ਬੰਦੇ ਇਸ ਦੇ ਮੁੱਖ ਸੇਵਾਦਾਰ ਰਹੇ ਹਨ ਜਿਨ੍ਹਾਂ ਨੇ ਮਤਲਬ ਇਸ ਦੀ ਸੇਵਾ ਕੀਤੀ। ਮੈਂ ਐਸੇ ਲੋਕਾਂ ਬਾਰੇ ਜਾਣਦਾ, ਪੜ੍ਹਿਆ ਹੈ, ਜਿਹੜੇ ਸ਼੍ਰੋਮਣੀ ਕਮੇਟੀ ਦੇ ਕੰਮ ਵਾਸਤੇ ਦਰਬਾਰ ਸਾਹਿਬ ਆਉਂਦੇ ਸਨ, ਘਰੋਂ ਰੋਟੀ ਲੈ ਕੇ ਆਉਂਦੇ ਸਨ, ਆਪਣੀ ਰੋਟੀ ਆਪਣੇ ਪੋਣੇ 'ਚ ਬੰਨ੍ਹ ਕੇ ਲਿਆਉਂਦੇ ਸਨ। ਉਹ ਲੰਗਰ ਦੇ ਵਿੱਚ ਭਾਵੇਂ ਬਹਿ ਕੇ ਛਕਣ ਜਾਂ ਬਾਹਰ ਛਕਣ, ਉਹ ਛਕਦੇ ਸਨ ਔਰ ਪਰਿਕਰਮਾ 'ਚ ਸੌਂਦੇ ਸਨ। ਅੱਜ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਮਰੇ ਹਨ ਸੰਗਤਾਂ ਨੂੰ ਦੇਣ ਵਾਸਤੇ, ਉਹਨਾਂ 'ਤੇ ਕਬਜ਼ੇ ਕੀਤੇ ਹੋਏ ਨੇ। ਕੱਲ੍ਹ ਜੋ ਗਏ ਨੇ ਉਹ ਜਵਾਬ ਮੰਗਦੇ ਨੇ, ਉਹਨਾਂ ਨੂੰ ਤੁਸੀਂ ਮਿਲੋ, ਉਹਨਾਂ ਨੂੰ ਜਵਾਬ ਦਿਓ, ਦੱਸੋ ਕਿ 327 ਸਰੂਪ ਕਿੱਥੇ ਨੇ। ਪਰ ਇਸ ਦੇ ਬਜਾਏ ਉਹਨਾਂ ਨੂੰ ਅੱਗੋਂ ਮਾਰਿਆ ਜਾਂਦਾ ਹੈ, ਉਹਨਾਂ ਨੂੰ ਧੱਕੇ ਮਾਰੇ ਜਾਂਦੇ ਆ, ਰਸਤੇ ਬੰਦ ਕੀਤੇ ਜਾਂਦੇ ਆ। ਮੈਂ ਖੁਦ ਦੇਖਿਆ ਸੀਨ, ਉਹ ਬੜਾ ਡਰਾਵਣਾ ਲੱਗ ਰਿਹਾ ਸੀ ਵੀ ਸਿੱਖ ਕੌਮ ਦੇ ਵਿੱਚ ਇਹ ਗੱਲ ਹੀ ਨਹੀਂ ਹੈਗੀ ਵੀ ਕੋਈ ਤੁਹਾਡੇ ਕੋਲੋਂ ਗੱਲ ਆ ਕੇ ਪੁੱਛਦਾ ਹੈ ਤਾਂ ਜਵਾਬ ਦਿਓ। ਗੁਰੂ ਸਾਹਿਬ ਨੇ ਕਿਧਰੇ ਨਹੀਂ ਕਿਹਾ ਕਿ ਤੁਹਾਡੇ ਕੋਲ ਕੋਈ ਸਵਾਲ ਕਰਦਾ ਅਤੇ ਤੁਸੀਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹਨੂੰ ਧੱਕੇ ਮਾਰੋ, ਉਹਨੂੰ ਡਾਂਗਾਂ ਨਾਲ ਕੁਟਾਓ। ਔਰ ਇਹ ਬੜੀ ਨਿੰਦਣੀय ਸੀ ਕਾਰਵਾਈ ਜਿਹੜੇ ਪ੍ਰੈਸ ਨਾਲ ਹੋਇਆ ਹੈ। ਪ੍ਰੈਸ ਜਿਹੜੀ ਹੈ ਇਹ ਸੱਚਾਈ ਜਿਹੜੀ ਬਾਹਰ ਲਿਆਉਂਦੀ ਹੈ, ਚਾਹੇ ਉਹ ਜਿਹੜੇ ਆਏ ਸਨ ਉਹਨਾਂ ਵੱਲੋਂ ਕੋਈ ਗਲਤ ਗੱਲ ਹੁੰਦੀ ਤਾਂ ਉਹਨਾਂ ਬਾਰੇ ਵੀ ਉਹਨਾਂ ਲਿਖਣਾ ਸੀ। ਪਰ ਜੇ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਲੈਣ ਆਏ, ਸ਼੍ਰੋਮਣੀ ਕਮੇਟੀ ਆਪਣਾ ਪੱਖ ਰੱਖਦੀ, ਉਸ ਪੱਖ ਨੂੰ ਅਖਬਾਰਾਂ ਵਾਲੇ ਛਾਪਦੇ, ਹੋ ਸਕਦਾ ਸਿੱਖ ਸੰਗਤ ਨੂੰ ਕੋਈ ਤਸੱਲੀ ਹੋ ਜਾਂਦੀ। ਪਰ ਇਸ ਚੀਜ਼ ਦੀ ਬਜਾਏ ਉਹਨਾਂ ਨੇ ਪ੍ਰੈਸ ਵਾਲਿਆਂ ਨੂੰ ਵੀ ਧੱਕੇ ਮਾਰੇ, ਉਹਨਾਂ ਨੂੰ ਵੀ ਮਾਰਿਆ ਕੁੱਟਿਆ ਔਰ ਗੁਰਸਿੱਖਾਂ ਦੀਆਂ ਪੱਗਾਂ ਉਤਾਰੀਆਂ। ਫਿਰ ਬਾਅਦ ਵਿੱਚ ਇਹਨਾਂ ਮਾਫੀ ਮੰਗੀ। ਜੇ ਬਾਅਦ ਵਿੱਚ ਮਾਫੀ ਮੰਗੀ ਗਈ ਹੈ ਤਾਂ ਪਹਿਲਾਂ ਇਹ ਕੰਮ ਕੀਤਾ ਕਿਉਂ ਗਿਆ? ਦਰਬਾਰ ਸਾਹਿਬ ਦੇ ਅੰਦਰ ਮਤਲਬ ਕਿ ਪ੍ਰੀਸਰ ਦੇ ਲੰਗਰ ਦੇ ਨਜ਼ਦੀਕ ਔਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਨੇੜੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਗੁਰਸਿੱਖਾਂ ਨੂੰ ਲੰਮੇ ਪਾ ਕੇ ਕੁੱਟਿਆ ਜਾਵੇ। ਹੁਣ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਇਹ ਕਹਿਤਾ ਗਿਆ ਕਿ ਅਸੀਂ ਮਾਫੀ ਚਾਹੁੰਦੇ ਹਾਂ, ਪਰ ਆਪਣਾ ਸਾਰੀ ਦੁਨੀਆ ਦੇ ਵਿੱਚ ਜਲੂਸ ਕਢਵਾਇਆ ਅਤੇ ਹੁਣ ਆਪਾਂ ਮਾਫੀ ਮੰਗ ਲਈ। ਹੁਣ ਉਹ ਮਾਫੀ ਨਾਲ ਜਿਹੜਾ ਸਾਡਾ ਮੈਸੇਜ ਗਿਆ ਦੁਨੀਆ ਵਿੱਚ ਸਾਰੀ 'ਚ ਵਾਪਸ ਨਹੀਂ ਆਏਗਾ। ਕਿਉਂਕਿ ਸਿੱਖਾਂ ਨੇ ਕਾਫੀ ਸਮੇਂ ਤੋਂ ਇਤਿਹਾਸ ਰਚਿਆ। ਕਿਹਾ ਜਾਂਦਾ ਕਿ ਸਿੱਖ ਕੌਮ ਇੱਕ ਇਹੋ ਜਿਹੀ ਕਮਿਊਨਿਟੀ, ਇਹੋ ਜਿਹੀ ਕੌਮ ਹੈ ਕਿ ਜਦੋਂ ਵੀ ਸੰਸਾਰ 'ਤੇ ਕਿਸੇ 'ਤੇ ਭੀੜ ਪੈਂਦੀ ਹੈ ਤਾਂ ਸਿੱਖ ਕੌਮ ਸਭ ਤੋਂ ਪਹਿਲਾਂ ਮੈਦਾਨ 'ਚ ਉਤਰਦੀ ਹੈ ਹੈਲਪ ਕਰਨ ਦੇ ਲਈ, ਲੋਕਾਂ ਦੀ ਮਦਦ ਦੇ ਲਈ। ਅਤੇ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਸ਼ਰਾਰਤੀ ਅਨਸਰ ਜ਼ਿਆਦਾ ਹੀ ਵੱਧਦੇ ਜਾ ਰਹੇ ਨੇ ਜੋ ਕਮਿਊਨਿਟੀ ਨੂੰ ਅੰਦਰੋਂ ਖੋਖਲਾ ਕਰ ਰਹੇ ਨੇ ਤਾਂ ਆਪਸ ਦੇ ਵਿੱਚ ਹੀ ਭਿੜਵਾ ਰਹੇ ਨੇ? ਨਹੀਂ, ਦੋ ਕਾਰਨ ਨੇ। ਇੱਕ ਤਾਂ ਮਨਪ੍ਰੀਤ ਜਿਹੜਾ ਮੈਨੇਜਮੈਂਟ ਹੈ ਨਾ, ਉਹ ਦੋਸ਼ੀ ਹੈ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਦੋਂ ਕਿਸੇ ਵੀ ਸੰਸਥਾ ਦੇ ਵਿੱਚ ਰਾਜਸੀ ਦਖਲਅੰਦਾਜ਼ੀ ਹੋਏਗੀ ਅਤੇ ਫਿਰ ਉਹਦਾ ਪ੍ਰਬੰਧ ਠੀਕ ਨਹੀਂ ਚੱਲ ਸਕੇਗਾ। ਪ੍ਰਬੰਧ ਕਰਨ ਵਾਲਿਆਂ ਨੂੰ ਉਹਨਾਂ ਦਾ ਉਹਨਾਂ ਦੋਸ਼ ਨਹੀਂ ਹੈ, ਪਰ ਉੱਪਰਲੇ ਜਦੋਂ ਉਹਨਾਂ ਨੂੰ ਕਹਿੰਦੇ ਇਹ ਨਹੀਂ ਕਰਨਾ, ਇਹ ਕਰਨਾ। ਪਿਛਲੇ ਦਿਨੀ ਜਦੋਂ ਰਾਮ ਰਹੀਮ ਨੂੰ ਮਾਫ ਕੀਤਾ, ਉਸ ਤੋਂ ਬਾਅਦ ਇੱਕ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਸਾਨੂੰ CM ਨੇ ਆਪਣੀ ਕੁਰਸੀ ਉੱਤੇ ਕੋਠੀ ਵਿੱਚ ਚੰਡੀਗੜ੍ਹ ਬੁਲਾਇਆ, ਉੱਥੇ ਸਾਡੇ ਕੋਲੋਂ ਸਾਰਾ ਮਤਾ ਲਿਖਵਾਇਆ ਔਰ ਰਾਮ ਰਹੀਮ ਨੂੰ ਮਾਫ ਕਰਨ ਦੇ ਸਾਨੂੰ ਉੱਥੇ ਹੁਕਮ ਦਿੱਤੇ। ਜਦ ਕਿ ਅਕਾਲ ਤਖਤ ਸਾਹਿਬ ਜਾਂ ਸਾਡੇ ਜਿਹੜੇ ਜਥੇਦਾਰ ਤਖਤਾਂ ਦੇ, ਉਹ ਸਾਨੂੰ ਹੁਕਮ ਕਰਦੇ ਹਨ, ਹੁਕਮ ਲੈਂਦੇ ਨਹੀਂ। ਪਰ ਜਦੋਂ ਉਹਨਾਂ ਨੂੰ ਹੁਕਮ ਹੋ ਜਾਏ ਤਾਂ ਫਿਰ ਤੁਸੀਂ ਦੇਖੋ ਇਹ ਜੋ ਕੁਛ ਹੋ ਰਿਹਾ ਹੈ, ਇਹ ਤਾਂ ਬਹੁਤ ਛੋਟੀਆਂ ਗੱਲਾਂ ਹੈ, ਇਸ ਤੋਂ ਵੱਡੀਆਂ ਵੀ ਹੋ ਸਕਦੀਆਂ ਨੇ ਜੋ ਇਹ ਕਰਵਾ ਰਹੇ ਨੇ। ਮੈਂ ਤਾਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਚੋਣਾਂ ਹੁੰਦੀਆਂ ਹਨ ਉਦੋਂ ਤੁਸੀਂ ਅਵੇਸਲੇ ਹੋ ਜਾਂਦੇ ਹੋ, ਉਦੋਂ ਤੁਸੀਂ ਇੱਕ ਪਾਰਟੀ ਖਾਸ ਬੰਦੇ ਦੇ ਨਾਂ 'ਤੇ ਵੋਟਾਂ ਪਾ ਦਿੰਦੇ ਹੋ ਕਿ ਅਕਾਲੀ ਦਲ ਹੈ, ਤੱਕੜੀ ਨੂੰ ਵੋਟ ਪਾਣੀ ਹੈ।
ਇਹ ਸਮਾਂ ਹੁਣ ਆ ਰਿਹਾ ਫਿਰ ਜਦੋਂ ਚੋਣਾਂ ਹੋਣਗੀਆਂ, ਧਿਆਨ ਰੱਖਣਾ। ਅਗਰ ਕੌਮ ਨੇ ਚੜ੍ਹਦੀ ਕਲਾ ਜਾਣਾ ਹੈ, ਅਗਰ ਕੌਮ ਨੇ ਆਪਣੀ ਸੰਸਾਰ ਵਿੱਚ ਇੱਜ਼ਤ ਬਣਾ ਕੇ ਰੱਖਣੀ, ਹੋਂਦ ਬਚਾ ਕੇ ਰੱਖਣੀ ਹੈ, ਤਾਂ ਸ਼੍ਰੋਮਣੀ ਕਮੇਟੀ 'ਤੇ ਕੋਈ ਅੱਛੇ ਗੁਰਸਿੱਖਾਂ ਨੂੰ ਸੇਵਾ ਦਿੱਤੀ ਜਾਵੇ, ਜਿਹੜੇ ਭੈ ਤੇ ਭਾਵਨੀ ਵਾਲੇ ਹੋਣ, ਜਿਨ੍ਹਾਂ ਦੇ ਅੰਦਰ ਡਰ ਹੋਵੇ ਕਿ ਅਸੀਂ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਸੇਵਾ ਕਰਨ ਆਏ ਹਾਂ, ਨਾ ਕਿ ਰਾਜ ਭਾਗ ਤੇ ਕਬਜ਼ੇ ਕਰਨ ਵਾਸਤੇ ਆਏ ਹਾਂ। ਬਸ ਜਿੰਨਾ ਚਿਰ ਇਹ ਰਾਜਨੀਤਿਕ ਪਾਰਟੀ ਇੱਕ ਪਰਿਵਾਰ ਦੀ ਦਖਲਅੰਦਾਜ਼ੀ ਰਹੇਗੀ, ਇਹ ਜਿਹੜੇ ਭਿਆਨਕ ਸਿੱਟੇ ਉਹਦੇ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਆਉਂਦੇ ਰਹਿਣਗੇ। ਸੋ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਟੀਮ ਦਾ ਨਾਲ ਹੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਵਿਚਾਰ ਰੱਖਣ ਵਾਸਤੇ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣੇ ਅਸੀਂ ਗੱਲਬਾਤ ਕੀਤੀ ਹੈ ਸਰਦਾਰ ਜਗਜੀਤ ਸਿੰਘ ਗਾਬਾ ਉਹਨਾਂ ਦੇ ਨਾਲ, ਜਿਨ੍ਹਾਂ ਨੇ ਕਿ ਅੰਮ੍ਰਿਤਸਰ ਦੇ ਵਿੱਚੋਂ ਗੁਰੂ ਸਾਹਿਬ ਦੇ ਜਿਹੜੇ ਪਾਵਨ ਸਰੂਪ ਗਾਇਬ ਹੋਏ ਨੇ ਉਸ ਮਾਮਲੇ ਦੇ ਉੱਤੇ ਆਪਣੇ ਵਿਚਾਰ ਰੱਖੇ ਨੇ, ਔਰ ਇਹਨਾਂ ਨੇ ਦੱਸਿਆ ਕਿ ਧਰਮ ਦੇ ਨਾਮ ਤੇ ਰਾਜਨੀਤੀ ਜਿਹੜੀ ਹੈ ਖੇਡੀ ਜਾ ਰਹੀ ਹੈ ਔਰ ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦਾ ਅੱਗੇ ਇਸ ਮਾਮਲੇ ਦੇ ਉੱਤੇ ਕਿਸ ਤਰੀਕੇ ਦਾ ਰੁਖ ਹੁੰਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਰੋਜ਼ਾਨਾ ਦੀ ਖਬਰਾਂ ਦੀ ਅਪਡੇਟਸ ਲਈ ਸਾਡੇ ਚੈਨਲ ਨਾਲ ਬਣੇ ਰਹੋ। ਸਹਿਯੋਗੀ ਅੰਕਿਤ ਦੇ ਨਾਲ ਮੈਂ ਮਨਪ੍ਰੀਤ ਕੌਰ, ਯੂਰ ਵਰਲਡ ਨਿਊਜ਼।